परम सत्कारयोग सतगुरां दी साजी और नवाजी हुई सत संगत जीओ, आप माई भाई सतगुरु जी के चरणों दे विच बैठ करके रब्बी गुरबाणी दे गुरमुख प्यारिਆਂ ਦੇ पासों जाप सरबन करते आ रहे सी। आओ असी तुसी बड़े कर्मां वाले हाँ जिन्हां नूं सतगुरु जी के चरणों दे विच बैठण दे सुभाग समय प्राप्त होए। सतगुरु जी ने कवि पास रखने अते कविता रचनियां। सतगुरु जी आप बड़ी सुंदर कविता रचते सन, इस करके वो दूसरे कवियां दे बड़े उत्साह कदरदान सन। दूरों दूरों कवि जन सुंदर कविता रच के आप जी पास लियाउंदे सन अते आप जी उन्हां नूं जथा जोग इनाम दिंदे सन। सतगुरु जी दी प्रसिद्धता सारे दक्षिण पश्चिम उत्तर पूर्व विच फैल गई कि आप जी भी चोटी दे कवि हन अते कवियां दे कदरदान पारखू भी हन। आप जी तो बख्शीशां प्राप्त करके कई तां सदा वास्ते आप जी पास आनंदपुर साहिब ही रह गए। सतगुरु जी पास 4 प्रकार दे श्रद्धालुआं दी भीड़ लगी रहिंदी सी। 4 प्रकार दे, वो 4 प्रकार दे किहड़े सन? नंबर 1 सिख संगत दर्शन अभिलाखी ते मनोकामना दी पूर्ति वाले। दर्शन दे अभिलाखी दर्शन करने वाले अते मनोकामना दी पूर्ति वाले, भाव के भी मनोकामना पूरी हो जानी। एक तां लोक वो सन। दूसरे जाना बार के खुशी लैण वाले योधे। तीजे कवि ते गुणीवान। चौथे साधु संत महात्मा पीर मुनि बैरागी सन्यासी जोगी आदਿਕ आत्मा परमात्मा दे संबंध विच बचन बिलास करने वाले। ये 4 तरह के लोगों की भीड़ लगी रहिंदी सी आनंदपुर साहिब। मियाँ खां ते अल्फ खां दी चढ़ाई चौपी साहिब दे विच लिखदे ने, बहुत काल ए भांत बतायो मियाँ खान जम्मू कहे आयो अल्फ खान न दौन पठावा भीम चंद तन बैर बढ़ावा। ये अल्फ खान नंदाउन दा पठान सी। उपर कथन कीते अनुसार 4 इतना सुख शांत बतीत हो गया। बहुत चिर इस तरह सुख शांति नाल बतीत हो गया। फिर औरंगजेब दा अहलकार मियाँ खां पहाड़ी राजियां तो मामला लैन जम्मू बल आया। मियाँ खां
ਆਪਣੇ ਸਾਥੀ ਅਲਪ ਖਾਨ ਨੂੰ ਨੰਦਾਉਣ ਕਾਂਗੜੇ ਦੀ ਰਾਜਧਾਨੀ ਰਾਜਾ ਕਿਰਪਾਲ ਚੰਦ ਪਾਸੋਂ ਮਾਮਲਾ ਉਗਰਾਹਣ ਭੇਜ ਦਿੱਤਾ। ਉਸ ਅਲਪ ਖਾਨ ਨੇ ਰਾਜਾ ਭੀਮ ਚੰਦ ਨਾਲ ਵੀ ਬੈਰ ਵਧਾ ਲਿਆ। ਉਸ ਅਲਪ ਖਾਨ ਨੇ ਰਾਜਾ ਭੀਮ ਚੰਦ ਨਾਲ ਵੀ ਬੈਰ ਵਧਾ ਲਿਆ। ਕੁਝ ਚਿਰ ਪਿੱਛੋਂ ਪਹਾੜੀ ਰਾਜਿਆਂ ਵੱਲੋਂ ਮਾਮਲਾ ਨਾ ਪਹੁੰਚਣ ਕਰਕੇ ਔਰੰਗਜ਼ੇਬ ਨੇ ਆਪਣੇ ਫੌਜਦਾਰ ਮੀਆਂ ਖਾਨ ਨੂੰ ਉਹਨਾਂ ਤੋਂ ਮਾਮਲਾ ਲੈਣ ਵਾਸਤੇ ਭੇਜਿਆ। ਮੀਆਂ ਖਾਂ ਆਪ ਤਾਂ ਜੰਮੂ ਵੱਲ ਚਲਿਆ ਗਿਆ ਅਤੇ ਉਸਨੇ ਆਪਣੇ ਭਤੀਜੇ ਅਲਪ ਖਾਨ ਨੂੰ ਨੰਦਾਉਣ ਵੱਲ ਭੇਜਿਆ। ਅਲਪ ਖਾਨ ਨੇ ਆਪਣਾ ਇੱਕ ਦੂਤ ਪਹਿਲਾਂ ਰਾਜਾ ਕਿਰਪਾਲ ਚੰਦ ਕੋਟਚੀਏ ਪਾਸ ਨੰਦਾਉਣ ਭੇਜ ਕੇ ਉਸ ਨੂੰ ਆਖਿਆ ਕਿ ਤੇਰੇ ਵੱਲ ਜਿਤਨਾ ਬਾਦਸ਼ਾਹੀ ਕਰ ਨਿਕਲਦਾ ਹੈ ਉਹ ਛੇਤੀ ਦੇ ਦੇ, ਨਹੀਂ ਤਾਂ ਜੰਗ ਵਾਸਤੇ ਤਿਆਰ ਹੋ ਜਾ। ਜਿੰਨਾ ਤੇਰੇ ਕੋਲ ਮਾਮਲਾ ਬਣਦਾ ਹੈ ਉਹ ਛੇਤੀ ਦੇ ਦੇ, ਨਹੀਂ ਤਾਂ ਜੰਗ ਵਾਸਤੇ ਤਿਆਰ ਹੋ ਜਾ। ਇਹ ਸੁਨੇਹਾ ਸੁਣ ਕੇ ਕਿਰਪਾਲ ਚੰਦ ਕੁਝ ਧਨ ਲੈ ਕੇ ਅਧੀਨਗੀ ਨਾਲ ਅਲਪ ਖਾਨ ਨੂੰ ਜਾ ਮਿਲਿਆ ਅਤੇ ਚਲਾਕੀ ਨਾਲ ਬੇਨਤੀ ਕੀਤੀ ਕਿ ਸਾਡੇ 22 ਧਾਰ ਰਾਜਿਆਂ ਵਿੱਚੋਂ ਭੀਮ ਚੰਦ ਕਹਿਲੂਰਪਤੀ ਸਭ ਤੋਂ ਵੱਡਾ ਹੈ। ਤੁਸੀਂ ਪਹਿਲਾਂ ਉਹਨਾਂ ਤੋਂ ਮਾਮਲਾ ਲੈ ਲਵੋ, ਉਪਰੰਤ ਦੂਜੇ ਰਾਜੇ ਹੀ ਸਾਰੇ ਦੇ ਦੇਣਗੇ। ਕਿਉਂਕਿ ਜਦ ਤੱਕ ਭੀਮ ਚੰਦ ਆਪਣਾ ਮਾਮਲਾ ਨਹੀਂ ਦੇਵੇਗਾ ਤੇ ਦੂਸਰੇ ਰਾਜੇ ਵੀ ਟਾਲ ਦੇਣਗੇ। ਜੇ ਕਹਿਲੂਰੀਏ ਰਾਜਾ ਭੀਮ ਚੰਦ ਤੁਹਾਡੇ ਨਾਲ ਯੁੱਧ ਕਰੇਗਾ ਤਾਂ ਅਸੀਂ ਤੁਹਾਡੀ ਮਦਦ ਕਰਾਂਗੇ। ਉਲਟਾ ਕਰ ਦਿੱਤਾ ਕੰਮ ਵੀ ਜੇ ਭੀਮ ਚੰਦ ਤੁਹਾਡੇ ਨਾਲ ਯੁੱਧ ਕਰੇਗਾ, ਜੰਗ ਕਰੇਗਾ ਤਾਂ ਅਸੀਂ ਤੁਹਾਡੀ ਮਦਦ ਕਰਾਂਗੇ। ਜਦ ਕਿਰਪਾਲ ਚੰਦ ਦੀ ਇਹ ਗੱਲ ਅਲਪ ਖਾਨ ਨੇ ਮੰਨ ਲਈ ਤਾਂ ਉਸ ਨੂੰ ਸੈਨਾ ਸਹਿਤ ਆਪਣੀ ਰਾਜਧਾਨੀ ਨੰਦਾਉਣ ਵਿੱਚ ਲੈ ਆਇਆ। ਨੰਦਾਉਣ ਵਿੱਚ ਡੇਰਾ ਕਰਕੇ ਅਲਪ ਖਾਨ ਨੇ ਭੀਮ ਚੰਦ ਨੂੰ ਸੁਨੇਹਾ ਭੇਜ ਦਿੱਤਾ ਕਿ ਸਰਕਾਰੀ ਮਾਮਲਾ ਜੋ ਤੇਰੇ ਵੱਲ ਬਾਕੀ ਰਹਿੰਦਾ ਹੈ ਛੇਤੀ ਲੈ ਕੇ ਮੇਰੇ ਪਾਸ ਹਾਜ਼ਰ ਹੋ, ਨਹੀਂ ਤਾਂ ਮੈਂ ਤੇਰੇ ਪਾਸੋਂ ਫੌਜ ਦੇ ਜ਼ੋਰ ਨਾਲ ਵਸੂਲ ਕਰਾਂਗਾ। ਅਲਪ ਖਾਨ ਦੇ ਦੂਤ ਪਾਸੋਂ ਭੀਮ ਚੰਦ ਨੂੰ ਵੀ ਪਤਾ ਲੱਗ ਗਿਆ ਕਿ ਰਾਜਾ ਕਿਰਪਾਲ ਚੰਦ ਆਪਣੇ ਮਤਲਬ ਵਾਸਤੇ ਅਲਪ ਖਾਨ ਨਾਲ ਮਿਲ ਗਿਆ ਹੈ। ਤਾਂ ਫਿਰ ਭੀਮ ਚੰਦ ਨੇ ਆਪਣੀ ਪੱਖਵਾਦੀ ਦੂਜੇ ਰਾਜਿਆਂ ਨੂੰ ਆਪ ਸੱਦ ਕੇ ਸਲਾਹ ਕੀਤੀ ਕਿ ਅਲਪ ਖਾਨ ਨੂੰ ਅਸੀਂ ਕੋਈ ਮਾਮਲਾ ਨਹੀਂ ਦੇਣਾ। ਅਲਪ ਖਾਨ ਨੂੰ ਕੋਈ ਮਾਮਲਾ ਨਹੀਂ ਦੇਣਾ। ਜੇ ਯੁੱਧ ਕਰਨਾ ਪਵੇ ਤਾਂ ਜ਼ਰੂਰ ਕਰਾਂਗੇ। ਗੁਰਮੁਖ ਪਿਆਰਿਓ, ਭੀਮ ਚੰਦ ਦੀ ਇਸ ਵਿਚਾਰ ਦਾ ਉਸਦੇ ਵਜ਼ੀਰ ਨੇ ਉੱਤਰ ਦਿੱਤਾ ਕਿ ਜੇ ਤੁਸੀਂ ਅਲਪ ਖਾਨ ਨਾਲ ਜੰਗ ਕਰਨਾ ਚਾਹੁੰਦੇ ਹੋ, ਜੇ ਤੁਸੀਂ ਅਲਪ ਖਾਨ ਦੇ ਨਾਲ ਜੰਗ ਕਰਨਾ ਚਾਹੁੰਦੇ ਹੋ
ਤਾਂ ਗੁਰੂ ਜੀ ਨੂੰ ਆਪਣੀ ਸਹਾਇਤਾ ਵਾਸਤੇ ਬੇਨਤੀ ਕਰੋ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰੋ। ਤਾਂ ਗੁਰਮੁਖ ਪਿਆਰਿਓ, ਇਹ ਗੱਲ ਵਜ਼ੀਰ ਨੇ ਆਖੀ ਭੀਮ ਚੰਦ ਨੂੰ। ਇਹ ਗੱਲ ਸੁਣ ਕੇ ਭੀਮ ਚੰਦ ਨੇ ਤੁਰੰਤ ਹੀ ਗੁਰੂ ਜੀ ਪਾਸ ਆਨੰਦਪੁਰ ਸਾਹਿਬ ਆਪਣਾ ਇੱਕ ਮੰਤਰੀ ਭੇਜ ਕੇ ਬੇਨਤੀ ਕੀਤੀ ਕਿ ਕਿਰਪਾਲ ਚੰਦ ਨਾਲ ਮਿਲ ਕੇ ਅਲਪ ਖਾਂ ਨੇ ਬਹੁਤ ਲਸ਼ਕਰ ਇਕੱਠਾ ਕਰ ਲਿਆ ਹੈ ਅਤੇ ਰਾਜਾ ਭੀਮ ਚੰਦ ਨੂੰ ਆਖ ਭੇਜਿਆ ਕਿ ਜਾਂ ਉਸ ਨੂੰ ਆਪਣਾ ਸਾਲਾਂ ਦਾ ਬਾਕੀ ਰਹਿੰਦਾ ਮਾਮਲਾ ਦੇ ਦੇਵੇ, ਨਹੀਂ ਤਾਂ ਜੰਗ ਵਾਸਤੇ ਤਿਆਰ ਹੋ ਜਾਵੇ। ਇੱਕ ਵੱਡੀ ਅਨੀਤੀ ਦੀ ਗੱਲ ਸੁਣ ਕੇ ਭੀਮ ਚੰਦ ਨੇ ਮੈਨੂੰ ਤੁਹਾਡੇ ਪਾਸ ਭੇਜਿਆ ਹੈ, ਤੁਹਾਡੇ ਪਾਸ ਬੇਨਤੀ ਕਰਨ ਵਾਸਤੇ ਭੇਜਿਆ ਹੈ। ਉਸਨੇ ਤੁਹਾਡੇ ਭਰੋਸੇ ਉੱਤੇ ਹੀ ਅਲਪ ਖਾਂ ਨਾਲ ਲੜਨਾ ਚਾਹਿਆ ਹੈ। ਤੁਸੀਂ ਕਿਰਪਾ ਕਰਕੇ ਸਾਡੀ ਸਹਾਇਤਾ ਕਰੋ। ਮੰਤਰੀ ਦੇ ਪਾਸੋਂ ਭੀਮ ਚੰਦ ਦਾ ਇਹ ਸੁਨੇਹਾ ਸੁਣ ਕੇ ਸਤਿਗੁਰੂ ਜੀ ਨੇ ਵਿਚਾਰਿਆ ਕਿ ਇਹ ਗੱਲ ਸਾਰੇ ਪ੍ਰਸਿੱਧ ਹੋ ਗਈ ਹੈ ਕਿ ਭੀਮ ਚੰਦ ਤੇ ਸਾਡਾ ਮੇਲ ਹੈ, ਭੀਮ ਚੰਦ ਤੇ ਸਾਡਾ ਮੇਲ ਮਿਲਾਪ ਹੈ। ਇਹ ਸਾਰੇ ਲੋਕਾਂ ਨੂੰ ਪਤਾ ਹੈ। ਜੇ ਰਾਜਾ ਭੀਮ ਚੰਦ ਹਾਰ ਗਿਆ ਤਾਂ ਜੇ ਰਾਜਾ ਭੀਮ ਚੰਦ ਹਾਰ ਗਿਆ ਤਾਂ ਇਹ ਠੀਕ ਗੱਲ ਨਹੀਂ ਹੋਵੇਗੀ। ਫਿਰ ਸਾਨੂੰ ਲੋਕ ਵੇਲੇ ਸਿਰ ਆਪਣੇ ਸਾਥੀ ਦੀ ਸਹਾਇਤਾ ਨਾ ਕਰਨ ਦਾ ਦੋਸ਼ ਦੇਣਗੇ। ਇਸ ਕਰਕੇ ਰਾਜਾ ਭੀਮ ਚੰਦ ਦੀ ਜਿੱਤ ਕਰਾਉਣ ਵਾਸਤੇ ਸਾਨੂੰ ਉਹਦੀ ਸਹਾਇਤਾ ਕਰਨੀ ਚਾਹੀਦੀ ਆ। ਦੇਖੋ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਭੀਮ ਚੰਦ ਬਾਰੇ ਕਿੰਨਾ ਵਧੀਆ ਸੋਚ ਰੱਖਦੇ ਸੀ, ਕਿੰਨੀ ਵਧੀਆ ਸੋਚਣੀ ਸੋਚਦੇ ਸੀ। ਉਹੀ ਭੀਮ ਚੰਦ ਸੀ ਜਿਨੇ ਬਾਅਦ ਦੇ ਵਿੱਚ ਗੁਰਮੁਖ ਪਿਆਰਿਓ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ, 22 ਧਾਰ ਦੇ ਰਾਜਿਆਂ ਨੂੰ ਇਕੱਠੇ ਕਰਕੇ। ਅੱਗੇ ਇਤਿਹਾਸ ਸੁਣੋ। ਮਹਾਰਾਜ ਜੀ ਕਹਿੰਦੇ ਜੇ ਭੀਮ ਚੰਦ ਹਾਰ ਗਿਆ ਤਾਂ ਇਹ ਗੱਲ ਠੀਕ ਨਹੀਂ ਹੋਵੇਗੀ। ਫਿਰ ਸਾਨੂੰ ਲੋਕ ਵੇਲੇ ਸਿਰ ਆਪਣੇ ਸਾਥੀ ਦੀ ਸਹਾਇਤਾ ਕਰਨ ਦਾ ਦੋਸ਼ ਦੇਣਗੇ। ਇਸ ਕਰਕੇ ਰਾਜਾ ਭੀਮ ਚੰਦ ਦੀ ਜਿੱਤ ਕਰਾਉਣ ਵਾਸਤੇ ਸਾਨੂੰ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਹ ਵਿਚਾਰ ਕਰਕੇ ਗੁਰੂ ਜੀ ਨੇ ਰਾਜੇ ਦੇ ਵਜ਼ੀਰ ਨੂੰ ਆਖਿਆ ਕਿ ਰਾਜੇ ਨੂੰ ਸਾਡੇ ਵੱਲੋਂ ਦੱਸ ਦੇਣਾ ਕਿ ਅਸੀਂ ਕੱਲ ਸਵੇਰੇ ਤਿਆਰ ਹੋ ਕੇ ਉਸ ਦੇ ਪਾਸ ਪਹੁੰਚ ਜਾਵਾਂਗੇ, ਕੋਈ ਚਿੰਤਾ ਨਾ ਕਰੇ ਰਾਜਾ। ਜਦ ਵਜ਼ੀਰ ਨੇ ਰਾਜੇ ਭੀਮ ਚੰਦ ਨੂੰ ਗੁਰੂ ਜੀ ਵੱਲੋਂ ਇਹ ਸੁਨੇਹਾ ਜਾ ਕੇ ਦਿੱਤਾ ਤਾਂ ਬੜਾ ਖੁਸ਼ ਹੋਇਆ ਅਤੇ ਉਸਨੇ ਸੈਨਾ ਤਿਆਰ ਕਰਕੇ ਜੰਗ ਦਾ ਬਿਗਲ ਵਜਾ ਦਿੱਤਾ। ਤਿਆਰੀ ਕਰਕੇ ਭੀਮ ਚੰਦ ਸਿੱਧਾ ਹੀ ਅਲਪ ਖਾਂ ਵੱਲ ਫੌਜ ਲੈ ਕੇ ਚਲਿਆ ਗਿਆ। ਸਤਿਗੁਰੂ ਜੀ ਬਚਿੱਤਰ ਨਾਟਕ ਗ੍ਰੰਥ ਦੇ ਵਿੱਚ ਲਿਖਦੇ ਹਨ, ਇਸ ਦਾ ਇਸ ਤਰ੍ਹਾਂ ਵਰਣਨ ਕਰਦੇ ਹਨ। ਜੁਧ ਕਾਜ ਨਿਰਪ ਹਮੇ ਬੁਲਾਇਓ, ਆਪ ਤਬਨ ਕੀ ਔਰ ਸਦਾਇਓ,
ਯੁੱਧ ਨੰਦਾਉਣ ਦਾ ਯੁੱਧ। ਰਾਜਾ ਭੀਮ ਚੰਦ ਦੇ ਨਾਲ ਉਸ ਦੇ ਸਹਾਈ ਦੂਸਰੇ ਰਾਜੇ ਸਨ ਔਰ ਰਾਮ ਸਿੰਘ ਜਸਵਾਲੀਆ ਇਸ ਦੀ ਰਾਜਧਾਨੀ ਜਸਵਾਲ ਸੀ ਅਤੇ ਇਹ ਕੋਟ 'ਚ ਰਾਜਪੂਤਾਂ ਦੀ ਇੱਕ ਸਾਖ ਹੈ। ਪ੍ਰਿਥਵੀ ਚੰਦ ਡੱਡਵਾਲੀਆ ਇਸ ਦੀ ਰਾਜਧਾਨੀ ਦਾਤਾਰਪੁਰ ਸੀ। ਇਹ ਰਾਜਪੂਤਾਂ ਦੀ ਇੱਕ ਸਾਖ ਸੀ। ਸੁਖਦੇਵ ਜਸਰੋਟੀਆ ਇਹਦੀ ਰਾਜਧਾਨੀ ਜਸਰੋਟਾ ਸੀ। ਇਹ ਜਸਵਾਲ ਰਾਜਪੂਤਾਂ ਦੀ ਇੱਕ ਸਾਖ ਸੀ। ਤਹਾਂ ਰਾਜ ਸਿੰਘੰ ਬਲਿੰਗ ਭੀਮ ਚੰਦੰ। ਮਹਾਰਾਜ ਜੀ ਲਿਖਦੇ ਆ, ਤਹਾਂ ਰਾਜ ਸਿੰਘੰ ਬਲਿੰਗ ਭੀਮ ਚੰਦੰ। ਚੜਿਓ ਰਾਮ ਸਿੰਘ ਮਹਾ ਤੇਜ ਬੇਦੰ। ਸੁਖੰ ਦੇਵ ਗਾਜੀ ਜੱਸਾ ਰੋਟ ਰਾਜੰ। ਚੜੇ ਕ੍ਰੋਧ ਕੀਨੇ ਕਰੇ ਸਰਬ ਕਾਜੰ। ਭੀਮ ਚੰਦ ਇਹਨਾਂ ਰਾਜਿਆਂ ਤੇ ਇਹਨਾਂ ਦੀਆਂ ਸੈਨਾ ਸਹਿਤ ਚੜ੍ਹਾਈ ਕਰਕੇ ਨੰਦਾਉਣ ਪੁੱਜ ਗਿਆ। ਰਾਜਾ ਕਿਰਪਾਲ ਚੰਦ ਨੰਦਾਉਣ ਨਵਰਸ ਨਾਮ ਦੀ ਉੱਚੀ ਪਹਾੜੀ ਉੱਤੇ ਲੱਕੜਾਂ ਨਾਲ ਕਿਲੇ ਵਰਗਾ ਬਾੜਾ ਬਣਾ ਕੇ ਉਸ ਵਿੱਚ ਫੌਜ ਲੈ ਕੇ ਬੈਠਿਆ ਹੋਇਆ ਸੀ। ਜਦ ਭੀਮ ਚੰਦ ਦੀ ਫੌਜ ਸਾਹਮਣੇ ਹੋਈ ਤਾਂ ਬਾੜੇ ਦੇ ਅੰਦਰੋਂ ਤੇ ਬਾਹਰੋਂ ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲਣ ਲੱਗ ਪਈਆਂ ਤੇ ਮਾਰੋ ਮਾਰ ਹੋਣ ਲੱਗ ਪਈ। ਬਚਿੱਤਰ ਨਾਟਕ ਦੇ ਵਿੱਚ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ, ਤਿੰਨ ਕਠਗੜ ਨਵ ਰਸ ਪਾਰ ਬਾਂਧੋ। ਤੀਰ ਤਫੰਗ ਨਰੇਸਨ ਸਾਧੋ। ਪਰ ਇਹਨਾਂ ਦੀ ਰਾਜਾ ਕਿਰਪਾਲ ਚੰਦ ਅਲਪ ਖਾਨ ਦੇ ਹਮੈਤੀ ਨੇ ਕੋਈ ਪੀਸ ਨਾ ਜਾਣ ਦਿੱਤੀ। ਸਭ ਨੂੰ ਮਾਰ ਕੇ ਪਿੱਛੇ ਹਟਾ ਦਿੱਤਾ। ਔਰ ਮਹਾਰਾਜ ਜੀ ਲਿਖਦੇ ਨੇ ਬਚਿੱਤਰ ਨਾਟਕ ਦੇ ਵਿੱਚ, ਪਿਰਥੀ ਚੰਦ ਚੜਿਓ ਡੱਡੇ ਡੱਡ ਬਾਰੰ। ਚੱਲੇ ਸਿੱਧ ਹੁਆ ਕਾਜ ਰਾਜੰ ਸੁਧਾਰੰ। ਕਰੀ ਢੂਕ ਢੋਆ ਕਿਰਪਾਲ ਚੰਦੰ। ਹੰਡਾਏ ਸਭੈ ਮਾਰ ਕੇ ਵੀਰ ਬਿਦਾਰੰ। ਜਦੋਂ ਭੀਮ ਚੰਦ ਦੀ ਕਿਰਪਾਲ ਚੰਦ ਅੱਗੇ ਕੋਈ ਪੇਸ ਨਾ ਗਈ ਤਾਂ ਉਸਨੇ ਛੇਤੀ ਹੀ ਇੱਕ ਸਵਾਰ ਨੂੰ ਸਤਿਗੁਰੂ ਜੀ ਦੇ ਪਾਸ ਭੇਜ ਕੇ ਬੇਨਤੀ ਕੀਤੀ ਕਿ ਛੇਤੀ ਹੀ ਸਹਾਈ ਹੋਵੋ। ਬੈਰੀ ਉੱਚੀ ਥਾਂ ਕਾਠ ਕਿਲੇ 'ਚ ਹੋਣ ਕਰਕੇ ਸਾਡੇ ਕਾਬੂ ਨਹੀਂ ਆਉਂਦਾ। ਸਾਡੇ ਆਦਮੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਜਥਾ ਉਕਤ ਜਦ ਸਵਾਰ ਨੇ ਗੁਰੂ ਜੀ ਪਾਸ ਪੁੱਜ ਕੇ ਭੀਮ ਚੰਦ ਵੱਲੋਂ ਬੇਨਤੀ ਕੀਤੀ ਤਾਂ ਆਪ ਜੀ ਛੇਤੀ ਹੀ ਘੋੜ ਸਵਾਰ ਹੋ ਕੇ ਯੁੱਧ ਭੂਮੀ ਵਿੱਚ ਜਾ ਪੁੱਜੇ। ਸਤਿਗੁਰੂ ਜੀ ਨੇ ਅੱਗੇ ਹੋ ਕੇ ਪਹਾੜੀ ਸੈਨਾ ਨੂੰ ਲਲਕਾਰਿਆ ਅਤੇ ਬਾੜ ਦੇ ਸਾਹਮਣੇ ਹੋ ਕੇ ਸਿੰਘਾਂ ਪਾਸੋਂ ਹੱਲਾ ਕਰਵਾ ਦਿੱਤਾ। ਦੋਹਾਂ ਪਾਸਿਆਂ ਤੋਂ ਤੜਾ ਤੜ ਗੋਲੀਆਂ ਚੱਲਣ ਲੱਗ ਪਈਆਂ ਅਤੇ ਜਵਾਨ ਫੱਟੜ ਹੋ ਕੇ ਡਿੱਗਣ ਲੱਗੇ। ਧਰਤੀ ਲਹੂ ਨਾਲ ਲਾਲ ਹੋ ਗਈ। ਫਿਰ ਬਰਸੀਆਂ ਤੇ ਤੀਰਾਂ ਨਾਲ ਲੜਾਈ ਹੋਣ ਲੱਗੀ। ਸਤਿਗੁਰੂ ਜੀ ਨੇ ਸੂਰਮਿਆਂ ਵਿੱਚ ਐਸਾ ਜੋਸ਼ ਭਰਿਆ ਕਿ ਕਿਲੇ ਤੋਂ ਬਾਹਰ
ਜਿਹੜੀ ਕਿਰਪਾਲ ਚੰਦ ਤੇ ਅਲਪ ਖਾਂ ਦੀ ਫੌਜ ਲੜ ਰਹੀ ਸੀ, ਉਹ ਭੱਜ ਉੱਠੀ, ਲੋਥ ਤੇ ਲੋਥ ਚੜ ਗਈ। ਇਹਦਾ ਵਰਣਨ ਸਤਿਗੁਰੂ ਜੀ ਨੇ ਬਚਿੱਤਰ ਨਾਟਕ ਦੇ ਵਿੱਚ ਇਉਂ ਕੀਤਾ। ਤਬੈ ਭੀਮ ਚੰਦੰ ਕਿਓ ਕੋਪ ਆਪੰ, ਹਨੂਮਾਨ ਕੇ ਮੰਤਰ ਕੋ ਮੁਖ ਜਾਪੰ, ਸਭੈ ਵੀਰ ਬੋਲੇ ਹੋਮੇ ਭੀ ਬੁਲਾਇੰ, ਤਬੇ ਢੋਕੈ ਕੈ ਸੋ ਨੀਕੇ ਸੁਧਾਰਿਅੰ। ਤਾਂ ਗੁਰਮੁਖ ਪਿਆਰੇ, ਜਦੋਂ ਕਿਰਪਾਲ ਚੰਦ ਦੇ ਕਿਲੇ ਦੇ ਬਾਹਰਲੀ ਸੈਨਾ ਬਹੁਤ ਸਾਰੇ ਮਾਰੇ ਗਏ ਅਤੇ ਆਪ ਕੁਝ ਭੱਜ ਗਏ ਤੇ ਆਪਣੀ ਹਾਰ ਹੁੰਦੀ ਵੇਖ ਕੇ ਉਸਨੇ ਕਿਲੇ ਦੇ ਅੰਦਰ ਸਲਾਹ ਕੀਤੀ ਕਿ ਇਸ ਤਰ੍ਹਾਂ ਅੰਦਰ ਘੇਰੇ 'ਚ ਆਣ ਕੇ ਮਰਨ ਨਾਲੋਂ ਬਾਹਰ ਨਿਕਲ ਕੇ ਬਲ ਧਾਰ ਲੜਨਾ ਚਾਹੀਦਾ ਹੈ। ਮਹਾਰਾਜ ਜੀ ਲਿਖਦੇ ਨੇ ਬਚਿੱਤਰ ਨਾਟਕ ਦੇ ਵਿੱਚ, ਮਦ ਭਾਰ ਸੰਦ ਕੋਪਿਓ ਕਿਰਪਾਲ, ਨੱਚੇ ਮਰਾਲ ਬਜੋ ਬਜੰਤ ਕਰੂੰ ਅਨੰਤ। ਰਾਜਾ ਦਿਆਲ ਚੰਦ ਚਿੱਬੜ ਵਾਲੀਏ ਨੇ ਕਿਰਪਾਲ ਚੰਦ ਕੋਟਚੇ ਨੂੰ ਆਖਿਆ ਕਿ ਭੀਮ ਚੰਦ ਨੇ ਆਪਣੀ ਸਹਾਇਤਾ ਵਾਸਤੇ ਗੁਰੂ ਜੀ ਨੂੰ ਨਾਲ ਲੈ ਕੇ ਸਾਡੇ ਕਿਲੇ ਨੂੰ ਘੇਰਾ ਪਵਾਇਆ ਹੈ। ਜੇਕਰ ਭੀਮ ਚੰਦ ਨੇ ਹੁਣ ਸਾਨੂੰ ਜਿੱਤ ਲਿਆ ਤਾਂ ਸਾਰੇ ਰਾਜੇ ਮਖੌਲ ਕਰਨਗੇ। ਇਸ ਵਾਸਤੇ ਦੋਹਾਂ ਨੂੰ ਇੱਕ ਮੁੱਠ ਹੋ ਕੇ ਭੀਮ ਚੰਦ ਉੱਤੇ ਪੈ ਜਾਣਾ ਚਾਹੀਦਾ ਹੈ। ਦੋਹਾਂ ਨੇ ਇਹ ਮਤਾ ਕਰਕੇ ਆਪਣੇ ਵੀਰਾਂ ਨੂੰ ਲਲਕਾਰ ਕੇ ਬੰਦੂਕਾਂ ਤੀਰਾਂ ਨੇਜਿਆਂ ਭਾਲਿਆਂ ਨਾਲ ਬਾੜੇ ਤੋਂ ਬਾਹਰ ਨਿਕਲ ਕੇ ਮਾਰੋ ਮਾਰ ਕਰਕੇ ਬੜਾ ਜ਼ੋਰ ਦਾ ਹੱਲਾ ਬੋਲ ਦਿੱਤਾ। ਯੁੱਧਾਂ ਦੇ ਵੀਰ ਨੂੰ ਜੋਸ਼ ਦੇਣ ਵਾਸਤੇ ਬਾਜੇ ਢੋਲ ਧੌਂਸੇ ਤੇ ਨਫੀਰੀਆਂ ਆਦਿਕ ਮਾਰੂ ਰਾਗ ਦੇ ਸਾਜ਼ ਜ਼ੋਰ ਨਾਲ ਵੱਜਣ ਲੱਗ ਪਏ। ਦੋਹਾਂ ਪਾਸਿਆਂ ਤੋਂ ਬੜੀ ਕਟਾ ਵੱਢੀ ਹੋਈ ਤੇ ਅਨੇਕਾਂ ਸੂਰਮੇ ਯੁੱਧ ਭੂਮੀ ਵਿੱਚ ਲੇਟ ਗਏ। ਲਹੂ ਦੀਆਂ ਨਦੀਆਂ ਚੱਲ ਪਈਆਂ, ਧਰਤੀ ਲਾਲ ਹੋ ਗਈ। ਬਚਿੱਤਰ ਨਾਟਕ ਦੇ ਵਿੱਚ ਰਸਵਾਲ ਸੰਦ ਸਤਿਗੁਰੂ ਜੀ ਲਿਖਦੇ ਨੇ, ਕਿਰਪਾਲ ਕੋਪਿਉਂ ਹਠੀ ਪਾਪ ਰੋਪਿਉਂ, ਔਰ ਸਰੋਗੰ ਚਲਾਏ ਵੱਡੇ ਵੀਰ ਘਾਏ, ਪ੍ਰਿਯੰ ਯੁੱਧ ਚੰਡੰ ਸੁਨਿਓ ਨਭ ਖੰਡੰ, ਚੱਲਿਓ ਸਾਤਰ ਵਾਹੀ ਰਜੋਤੀ ਨੇ ਵਾਹੀ। ਇਹ ਬਚਿੱਤਰ ਨਾਟਕ ਦੀ ਗੁਰਬਾਣੀ ਦੇ ਸ਼ਬਦ ਨੇ ਮਹਾਰਾਜ ਜੀ ਦੇ ਸਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ। ਇਸ ਹਲਾ ਹੋਲ ਤੇ ਕਟਾ ਵੱਡੀ ਵਿੱਚ ਚਿੱਬੜ ਵਾਲੀਏ ਦਿਆਲ ਨੇ ਕਿਰਪਾਲ ਕੋਟਚੇ ਨੂੰ ਲਲਕਾਰ ਕੇ ਸਾਰੇ ਯੋਧੇ ਇੱਕ ਮੁੱਠ ਹੋ ਕੇ ਬੈਰੀ ਉੱਤੇ ਪੈ ਗਏ। ਜਦ ਆਮੋ ਸਾਹਮਣੇ ਹੋ ਕੇ ਬੜੀ ਜ਼ੋਰ ਦਾ ਯੁੱਧ ਹੋਣ ਲੱਗਾ ਤਾਂ ਪਿਰਥੀ ਚੰਦ ਡੱਡ ਵਾਲੀਏ ਨੇ ਬੜੇ ਬਹਾਦਰੀ ਨਾਲ ਮਾਰ ਕੇ ਬੈਰੀਆਂ ਨੂੰ ਅੱਗੇ ਲਾ ਲਿਆ। ਜਦ ਕਿਰਪਾਲ ਚੰਦ ਕੋਟਚੀਏ ਦੇ ਪੈਰ ਹਿੱਲ ਗਏ ਤਾਂ ਦਿਆਲ ਚਿੱਬੜ ਵਾਲੀਏ ਨੇ ਅੱਗੇ ਹੋ ਕੇ ਸਾਰਾ ਯੋਧਿਆਂ ਦਾ ਲਲਕਾਰਾ ਮਾਰਿਆ ਤੇ ਭੱਜੇ ਕਿੱਥੇ ਜਾਂਦੇ ਹੋ, ਤਕੜੇ ਹੋ ਕੇ ਲੜੋ। ਦਿਆਲ ਸੂਰਮੇ ਨੂੰ ਇਸ ਤਰ੍ਹਾਂ ਅੜਿਆ ਵੇਖ ਕੇ ਭੀਮ ਚੰਦ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਜੀ ਇਸ ਨੂੰ ਮਾਰ ਕੇ ਫਤਿਹ ਪ੍ਰਾਪਤ ਕਰਕੇ ਮੇਰੀ ਲਾਜ ਰੱਖੋ। ਜਿੱਤ ਹਾਰ ਤਾਂ ਤੁਹਾਡੇ ਜੁੰਮੇ ਹੀ ਲੱਗਣੀ ਹੈ।
ਸਤਿਗੁਰੂ ਜੀ ਨੇ ਬਚਿੱਤਰ ਨਾਟਕ ਵਿੱਚ ਲਿਖਦੇ ਨੇ, ਤਬੰਗ ਕੀਟ ਤੋ ਲੋ ਤੁਫੰਗ ਸੰਭਾਰੋ, ਹਿਰਦੇ ਏਕਰ ਬੰਤ ਏਕ ਤੱਕ ਮਾਰੋ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭੀਮ ਚੰਦ ਦੀ ਬੇਨਤੀ ਪ੍ਰਵਾਨ ਕਰਕੇ ਆਪਣੀ ਬੰਦੂਕ ਸੰਭਾਲੀ ਤੇ ਘੋੜੇ ਨੂੰ ਤੇਜ਼ ਕਰਕੇ ਦਿਆਲ ਦੇ ਸਾਹਮਣੇ ਜਾ ਕੇ ਉਸ ਨੂੰ ਲਲਕਾਰਿਆ ਕਿ ਤਕੜਾ ਹੋ ਜਾ, ਹੁਣ ਅਸੀਂ ਆ ਗਏ ਹਾਂ। ਗੁਰੂ ਜੀ ਦੀ ਲਲਕਾਰ ਸੁਣ ਕੇ ਦਿਆਲ ਨੇ ਬਹੁਤ ਤਿੱਖੇ ਤੀਰ ਚਲਾਏ, ਪਰ ਗੁਰੂ ਜੀ ਨੇ ਕੋਈ ਵੀ ਲੱਗਣ ਨਾ ਦਿੱਤਾ। ਫਿਰ ਗੁਰੂ ਜੀ ਨੇ ਨਿਸ਼ਾਨਾ ਬਿੰਨ ਕੇ ਦਿਆਲ ਨੂੰ ਬੰਦੂਕ ਦੀ ਗੋਲੀ ਮਾਰੀ, ਜਿਸ ਨਾਲ ਉਹ ਬਿਰਸ ਦੇ ਟਾਣੇ ਵਾਂਗ ਘੋੜੇ ਤੋਂ ਡਿੱਗ ਕੇ ਦਮ ਤੋੜ ਗਿਆ। ਗੁਰੂ ਜੀ ਬਚਿੱਤਰ ਨਾਟਕ ਦੇ ਵਿੱਚ ਲਿਖਦੇ ਨੇ, ਗਿਰਿਓ ਝੂਮ ਭੂਮੇ ਕਰਿਓ ਯੁੱਧ ਸੁਦੰਗ, ਤੋ ਮਾਰ ਬੋਲਿਓ ਮਹਿਮਾਨ ਕ੍ਰੋਧੰਗ। ਦਿਆਲ ਦੀ ਮੌਤ ਨਾਲ ਕਿਰਪਾਲ ਚੰਦ ਆਦ ਸਭ ਸੂਰਮਿਆਂ ਨੂੰ ਬੜਾ ਸੋਗ ਹੋਇਆ। ਦੁਸ਼ਮਣਾਂ ਦੇ ਹੱਲੇ ਢੱਠੇ ਵੇਖ ਕੇ ਭੀਮ ਚੰਦ ਦੇ ਸਾਥੀਆਂ ਨੇ ਇੱਕ ਵਾਰ ਗੋਲੀਆਂ, ਬੰਦੂਕਾਂ, ਤੀਰਾਂ, ਬਾਣਾਂ ਦੀ ਤੜਾ-ਤੜ ਝੜੀ ਲਾ ਦਿੱਤੀ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦ ਵੇਖਿਆ ਕਿ ਕਿਰਪਾਲ ਚੰਦ ਅਲਪ ਖਾਂ ਦੇ ਕੁਝ ਸਾਥੀ ਅਜੇ ਵੀ ਲੜ ਰਹੇ ਹਨ, ਤਾਂ ਆਪ ਜੀ ਨੇ ਬੰਦੂਕ ਰੱਖ ਕੇ ਧੁਨਖ ਬਾਣ ਹੱਥ ਵਿੱਚ ਫੜ ਲਿਆ ਤੇ ਫਿਰ ਘੋੜੇ ਨੂੰ ਤੇਜ਼ ਕਰਦੇ ਆਪ ਜੀ ਨੇ 4 ਤੀਰ ਸੱਜੇ ਹੱਥ ਅਤੇ 3 ਖੱਬੇ ਹੱਥ ਦੁਸ਼ਮਣਾਂ ਉੱਤੇ ਚਲਾਏ। ਗੁਰੂ ਜੀ ਕਥਨ ਕਰਦੇ ਹਨ ਕਿ ਪਤਾ ਨਹੀਂ ਇਹ 7 ਤੀਰ ਕਿਸ ਨੂੰ ਲੱਗੇ ਜਾਂ ਨਹੀਂ, ਪਰ ਬੈਰੀ ਦਲਾਂ ਵਿੱਚ ਇਹਨਾਂ ਤੀਰਾਂ ਨਾਲ ਭਾਜੜ ਪੈ ਗਈ। ਇਸ ਤਰ੍ਹਾਂ ਬੈਰੀ ਨੂੰ ਜਿੱਤ ਕੇ ਰਾਤ ਨੂੰ ਆਪਣੇ ਟਿਕਾਣੇ ਉੱਤੇ ਆਣ ਡੇਰਾ ਕੀਤਾ। ਉਹ ਬੈਰੀ ਨਦੀ ਤੋਂ ਪਾਰ ਜਾ ਕੇ ਟਿਕ ਗਏ। ਇਸ ਤਰ੍ਹਾਂ ਮੂੰਹ ਤੋੜ ਹਾਰ ਹੋਈ ਵੇਖ ਕੇ ਅਲਪ ਖਾਂ ਕਿਰਪਾਲ ਚੰਦ ਕੋਟਚੀਏ ਨਾਲ ਸਲਾਹ ਕਰਕੇ ਅੱਧੀ ਰਾਤ ਹਨੇਰੇ ਵਿੱਚ ਆਪਣੀ ਜਾਨ ਲੈ ਕੇ ਕੁਝ ਸਾਥੀਆਂ ਸਹਿਤ ਕਿਲੇ ਵਿੱਚੋਂ ਭੱਜ ਗਿਆ ਅਤੇ ਪਿੱਛੋਂ ਨਗਾਰਾ ਵਜਾਉਣ ਵਾਸਤੇ ਇੱਕ ਨਗਾਰਚੀ ਨੂੰ ਛੱਡ ਗਏ, ਜਿਸ ਨਾਲ ਦੂਜੇ ਬੈਰੀ ਨੂੰ ਇਹ ਭੁਲੇਖਾ ਲੱਗਾ ਰਹੇ ਕਿ ਸੈਨਾ ਅਜੇ ਕਿਲੇ ਵਿੱਚ ਕਾਇਮ ਹੈ। ਜਦ ਰਾਤ ਬੀਤ ਗਈ ਤਾਂ ਦਿਨ ਚੜ੍ਹਨ ਦੇ ਨਾਲ ਹੀ ਭੀਮ ਚੰਦ ਨੇ ਕਿਲੇ ਉੱਤੇ ਹਮਲਾ ਬੋਲ ਦਿੱਤਾ, ਪਰ ਜਦ ਕਿਲੇ ਨੂੰ ਵੇਖਿਆ ਤਾਂ ਪਤਾ ਲੱਗਾ ਕਿ ਅਲਪ ਖਾਂ ਆਦਿਕ ਆਪਣੀ ਸੈਨਾ ਸਹਿਤ ਰਾਤ ਦੇ ਹਨੇਰੇ ਵਿੱਚ ਕਿਲਾ ਖਾਲੀ ਕਰਕੇ ਭੱਜ ਚੁੱਕੇ ਹਨ। ਸਤਿਗੁਰੂ ਜੀ ਇਸ ਤਰ੍ਹਾਂ ਵਰਣਨ ਕਰਦੇ ਹਨ, ਭਈ ਰਾਤਰ ਗੁਬਾਰ ਕੇ ਅਰਧ ਜਾਮੰ, ਤਬੇ ਸੋਰ ਗਏ ਬਾਰ ਦੇਬੰ। ਸਭ ਰਾਤਰ ਬੀਤੀ ਉਦਯੋਗ, ਉਸ ਰਣੰ ਚੱਲੇ ਵੀਰ ਚਲਾਕ ਖੱਗ ਖਲਾਨੰ। ਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਇਹਦੇ ਪਿੱਛੋਂ ਵੀ 8 ਦਿਨ ਹੋਰ ਨਦੀ ਦੇ ਕਿਨਾਰੇ ਟਿਕ ਕੇ ਉਸ ਇਲਾਕੇ ਵਿੱਚ ਨੰਦਾਉਣ ਸ਼ਹਿਰ ਦੀ ਸੁੰਦਰਤਾ ਨੂੰ ਵੇਖਦੇ ਰਹੇ ਹਾਂ। ਫਿਰ ਅਸੀਂ ਘਰ ਨੂੰ ਆ ਗਏ ਅਤੇ ਉਹ ਭੀਮ ਚੰਦ ਆਦਿਕ ਕਿਰਪਾਲ ਚੰਦ ਨਾਲ ਸੁਲ੍ਹਾ ਕਰਨ ਵਾਸਤੇ ਕਾਂਗੜੇ ਵੱਲ ਚਲੇ ਗਏ। ਇਸ ਤਰ੍ਹਾਂ ਜੰਗ ਸਮਾਪਤ ਹੋਇਆ। ਇਹ ਜੰਗ ਮਹਾਰਾਜ ਜੀ ਨੇ ਜਿੱਤਿਆ। ਰਾਜਾ ਰਾਮ ਸਿੰਘ ਜਸਵਾਲੀਆ, ਰਾਜਾ ਪਿਰਥੀ ਚੰਦ ਡੱਡਵਾਲੀਆ,
और राजा सुखदेव जस रोटिया। श्री गुरु गोबिंद सिंह महाराज जी दूसरे पासे अल्फ खान दे सहायक राजे सन। कृपाल चंद कोटचीया, दयाल चंद चिबड़वालिया। राजा भीम चंद वल्लों नामी योधा नहीं मरिया। अल्फ खान वल्लों राजा दयाल चंद चिबड़वालिया गुरु जी की बंदूक के निशाने नाल मरिया। होर सैनिक दोहां पासियां वल्लों बहुत मरे। नतीजा अल्फ खान हार खा के भज गया ਅਤੇ ਭੀਮ ਚੰਦ ਗੁਰੂ ਜੀ ਦੀ ਸਹਾਇਤਾ ਨਾਲ ਜਿੱਤ ਗਿਆ। ਭੀਮ ਚੰਦ ਦੇ ਬਾਰੇ ਦੇਖੋ, ਗੁਰੂ ਜੀ ਕਿੰਨਾ ਵਧੀਆ ਸੋਚ ਰੱਖਦੇ ਸੀ। ਔਰ ਗੁਰਮੁਖ ਪਿਆਰੇ, ਇਹੀ ਭੀਮ ਚੰਦ ਸੀ ਜਿਸ ਨੇ 22 ਧਾਰ ਦੇ ਰਾਜੇ ਇਕੱਠੇ ਕਰਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਸੀ। ਇਹੀ ਰਾਜਾ सतगुरु महाराज जी ने किन्नी उहदी मदद की, किन्नी उहदी सहायता की। ते अगे प्रसंग गुरु जी की सूरमगति की चर्चा, जिथे 22 धार दे राजे इकट्ठे हुंदे जां किते युद्ध वारता दा वर्णन हुंदा तां सारे एक जवान हो के सतगुरु जी बहादरी की सलांघा करदे, महाराज जी दी सिफतां करदे, सलांघा करदे। इत्थों तक आपस विच एक दूजे नूं कहंदे कि गुरु जी आप लड़ना तां किते रहा, गुरु जी दा आप लड़ना तां किते रहा। जो उन्हां दा नाम भी युद्ध विच लै लवे तां उस दी फतेह है। जिहड़ा उन्हां दा गुरु गोबिंद सिंह महाराज जी दा नाम भी लै लवे तां उस दी भी फतेह हुंदी है। उन्हां दे अपने अगे कोई योद्धा नहीं ठहर सकदा। जित दी देवी उन्हां नूं ही प्राप्त हुंदी है। अत्यादक बहुते तो बहुते बैरी दी प्रवाह भी नहीं करते। धन श्री गुरु गोबिंद सिंह महाराज जिन्ने मर्जी बैरी होण अगे किसी की परवाह नहीं सी करते। जद सतगुरु जी नूं पता लग्या कि भीम चंद ने राजा कृपाल चंद नाल सुलह कर लई है तां आप जी ने फरमाया, इन्हां पहाड़ियां पत्थर पूजा करन वालियां दी बुद्धि भी पत्थर वांग कठोर है। जद सतगुरु जी नूं पता लग्या कि भीम चंद ने राजा कृपाल चंद नाल सुलह कर लई है तां आप जी ने फरमाया, इन्हां पहाड़ियां पत्थर पूजा करन वालियां दी बुद्धि भी पत्थर वांग कठोर है। पत्थर भावें किन्ना चिर पानी विच रखीए तां ओह कठोर ही रहिंदा है। ये मनुख पहाड़ीए वैसे ही कठोर बुद्धि वाले मतबली हन। मतबल तो बिना ये किसी दे मित्र नहीं हन। सतगुरु इस तरह सतगुरु जी वार्तालाप करदे आनंदपुर साहिब आ गए कि रास्ते विच एक पिंड आलू सून नाम दा आया। जद उन्हां ने गुरु जी दे नगारे की गूंज सुनी तां वेखण वास्ते पिंड तो बाहर निकल आए। सतगुरु जी नूं ना उन्हां ने नमस्कार कीती, सतगुरु जी नूं ना उन्होंने नमस्कार की ते ना ही कोई भेटा अर्पण की, सगों उच्ची थान ते खड़े होके हसदे रहे। उन्हां दी इह कुमती वेख के सतगुरु जी ने दीवान चंद
ਦੀਵਾਨ ਆਨੰਦ ਚੰਦ ਨੂੰ ਹੁਕਮ ਦਿੱਤਾ ਕਿ ਇਸ ਪਿੰਡ ਨੂੰ ਲੁੱਟ ਲਵੋ, ਜੇ ਕੋਈ ਅੜੇ ਤਾਂ ਉਸ ਨੂੰ ਮਾਰ ਦਿਓ। ਬਸ ਹੁਕਮ ਦੀ ਦੇਰ ਸੀ। ਸਭ ਯੋਧਿਆਂ ਨੇ ਪਿੰਡ ਵਿੱਚ ਵੜ ਕੇ ਪਿੰਡ ਦਾ ਮਾਲ, ਡੰਗਰ, ਨਗਦੀ ਤੇ ਸਾਰਾ ਆਦਿਕ ਲੁੱਟ ਲਿਆ। ਜੋ ਵੀ ਅੜਿਆ ਉਸ ਨੂੰ ਪਾਰ ਬੁਲਾਇਆ ਤੇ ਜਿਸ ਨੇ ਮਾਫੀ ਮੰਗ ਲਈ ਉਸ ਨੂੰ ਛੱਡ ਦਿੱਤਾ। ਇਉਂ ਸਤਿਗੁਰੂ ਜੀ ਆਪਣੇ ਯੋਧਿਆਂ ਨੂੰ ਅਨੰਦਪੁਰ ਸਾਹਿਬ ਲੈ ਕੇ ਅਨੰਦਪੁਰ ਵਿੱਚ ਸਾਹਿਬ ਆ ਗਏ। ਇਹ ਸਤਿਗੁਰੂ ਜੀ ਨੇ ਕਿਉਂ ਸਿੰਘਾਂ ਤੋਂ ਕਰਵਾਇਆ? ਕਿਉਂਕਿ ਮਹਾਰਾਜ ਜੀ ਨੂੰ ਲੋਕ ਮਖੌਲ ਕਰਦੇ ਸਨ, ਹੱਸਦੇ ਸਨ, ਚਿੜਾਉਂਦੇ ਸਨ। ਇਸ ਕਰਕੇ ਉਹਨਾਂ ਦਾ ਫਿਰ ਸੋਧਾ ਲਾਇਆ ਸੀ। ਅੱਗੇ ਸਾਹਿਬਜ਼ਾਦੇ ਦਾ ਜਨਮ ਨੰਦੌਣ ਵਿੱਚ ਗੁਰੂ ਜੀ ਰੋਜ਼ ਹੀ ਸਵੇਰੇ ਤੇ ਸ਼ਾਮ ਦੀਵਾਨ ਲਗਾ ਕੇ ਪ੍ਰਦੇਸ਼ ਤੋਂ ਆਈਆਂ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਨਿਹਾਲ ਕਰਦੇ। ਸਵੇਰ ਦੇ ਦੀਵਾਨ ਵਿੱਚ ਕੀਰਤਨ, ਪਾਠ ਤੇ ਉਪਦੇਸ਼ ਹੁੰਦੇ। ਸਵੇਰ ਦੇ ਦੀਵਾਨ ਵਿੱਚ ਕੀਰਤਨ, ਪਾਠ ਤੇ ਉਪਦੇਸ਼ ਹੁੰਦੇ। ਸ਼ਾਮ ਦੇ ਸਮੇਂ ਇਤਿਹਾਸਕ ਪ੍ਰਸੰਗ, ਪੁਰਾਤਨ ਗ੍ਰੰਥਾਂ ਦੇ ਉਲੱਥੇ ਕਵੀਆਂ ਪਾਸੋਂ ਸੁਣਦੇ। ਜਿਹੜੀ ਅਸਲੀ ਮਰਜ਼ਾਦਾ ਹੈ ਗੁਰੂ ਘਰ ਦੀ, ਉਹ ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਅਤੇ ਆਸਾ ਦੀ ਵਾਰ ਦਾ ਕੀਰਤਨ ਅਤੇ ਸ਼ਾਮ ਨੂੰ ਸੰਧਿਆ ਦਾ ਪਾਠ ਤੇ ਉਸ ਤੋਂ ਉਪਰੰਤ ਕਥਾ। ਇਹ ਪੁਰਾਤਨ ਸਮਿਆਂ ਦੇ ਵਿੱਚ ਕਰਦੇ ਹੁੰਦੇ ਸੀ। ਹੁਣ ਵੀ ਬਹੁਤ ਥਾਵੇਂ ਪੁਰਾਤਨ ਗ੍ਰੰਥਾਂ ਦੇ ਉਲੱਥੇ ਕਥਾ ਕੀਤੀ ਜਾਂਦੀ ਆ। ਯੋਧਿਆਂ ਨੂੰ ਸ਼ਾਸਤਰ ਵਿਦਿਆ ਅਭਿਆਸ ਵਾਸਤੇ ਜੰਗਲ ਵਿੱਚ ਸ਼ਿਕਾਰ ਖੇਡਣ ਲੈ ਜਾਣਾ, ਰਣਜੀਤ ਨਗਾਰਾ ਵਜਾਉਣਾ ਅਤੇ ਘੋੜਿਆਂ ਨੂੰ ਯੁੱਧ ਵਿੱਚ ਸਵਾਰ ਦੇ ਇਸ਼ਾਰੇ ਨੂੰ ਸਮਝਾ ਕੇ ਬੈਰੀ ਦੇ ਦਾਵਾਂ ਘਾਵਾਂ ਤੋਂ ਬਚਣ ਦੀ ਸਿਖਲਾਈ ਦੇਣੀ ਆਦਿਕ ਆਪ ਜੀ ਦੇ ਨਿਤ ਕਰਮ ਸਨ। ਇਸ ਤਰ੍ਹਾਂ ਧਰਮ ਤੇ ਕਰਮ ਵਿੱਚ ਸਤਿਗੁਰੂ ਜੀ ਸਦਾ ਤਿਆਰ ਰਹਿੰਦੇ ਸਨ। ਇਨ੍ਹਾਂ ਦਿਨਾਂ ਵਿੱਚ ਹੀ ਯੁੱਧ ਦੇ ਪਿੱਛੇ ਚੇਤਰ ਸੁਦੀ 7ਵੀਂ ਮੰਗਲਵਾਰ ਸੰਮਤ 1747 ਨੂੰ ਕੁਛ ਦਿਨ ਚੜੇ ਮਾਤਾ ਜੀਤੋ ਜੀ ਦੇ ਘਰ ਸਾਹਿਬਜ਼ਾਦੇ ਦਾ ਜਨਮ ਹੋਇਆ। ਘਰ-ਬਾਰ ਗੁਰਸਿੱਖਾਂ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਜਥਾ ਜੋਗ ਗਰੀਬਾਂ ਨੂੰ ਦਾਨ ਦਿੱਤੇ ਗਏ। ਜਦ ਸਾਹਿਬਜ਼ਾਦੇ ਦਾ ਨਾਮ ਰੱਖਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਾਤਾ ਜੀ ਨੇ ਆਖਿਆ ਤਾਂ ਆਪ ਜੀ ਨੇ ਫਰਮਾਇਆ, ਇਹ ਯੁੱਧ ਦੇ ਦਿਨਾਂ ਵਿੱਚ ਸਾਡੇ ਘਰ ਆਏ ਹਨ, ਇਸ ਕਰਕੇ ਇਹਨਾਂ ਦਾ ਨਾਮ ਜੁਝਾਰ ਰੱਖਣਾ ਠੀਕ ਆ। ਕਿਉਂਕਿ ਮਹਾਰਾਜ ਜੀ ਨੰਦੌਣ ਜੰਗ ਜਿੱਤ ਕੇ ਆਏ ਸੀ, ਯੁੱਧ ਕਰਕੇ ਆਏ ਸੀ। ਜੰਗਾਂ ਯੁੱਧਾਂ ਦਾ ਸਮਾਂ ਸੀ ਜਦੋਂ ਸਾਹਿਬਜ਼ਾਦੇ ਦਾ ਵੱਡੇ ਬਾਬਾ ਅਜੀਤ ਸਿੰਘ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਦਾ ਜਨਮ ਹੋਇਆ। ਫਿਰ ਇਹਨਾਂ ਦਾ ਨਾਮ ਇਸ ਕਰਕੇ ਜੁਝਾਰ ਸਿੰਘ ਮਹਾਰਾਜ ਜੀ ਕਹਿੰਦੇ ਰੱਖਣਾ ਠੀਕ ਹੈ। ਸੋ ਇਹ ਆਪ ਜੀ ਦੇ ਦੂਜੇ ਸਾਹਿਬਜ਼ਾਦੇ ਜੁਝਾਰ ਸਿੰਘ ਦਾ ਨਾਮ ਨਾਲ ਪ੍ਰਸਿੱਧ ਹੋਇਆ। ਆਨੰਦਪੁਰ ਦਾ ਸੁਧਾਰ ਬਹੁਤ ਬੜੇ ਇਸੇ ਤਰ੍ਹਾਂ ਸੁਖ ਆਨੰਦ ਨਾਲ ਬੀਤ ਗਏ। ਇਲਾਕੇ ਵਿੱਚ ਬਹੁਤ ਸਾਰੇ ਚੋਰ ਡਾਕੂ
ਲੱਭ ਲੱਭ ਕੇ ਫੜ ਕੇ ਮਾਰ ਦਿੱਤੇ ਤੇ ਕਈ ਡਰਦੇ ਮਾਰੇ ਸਿਰ ਛੱਡ ਕੇ ਹੀ ਭੱਜ ਗਏ। ਭੁੱਖੇ ਮਰਦੇ ਫਿਰ ਕਈ ਵਾਪਸ ਆਨੰਦਪੁਰ ਆ ਗਏ। ਬਚਿੱਤਰ ਨਾਟਕ ਦੇ ਵਿੱਚ ਲਿਖਦੇ ਨੇ ਮਹਾਰਾਜ ਜੀ, ਬਹੁਤ ਬਰਖ ਇਹ ਭਾਂਤ ਬਤਾਏ, ਚੁਨ ਚੁਨ ਚੋਰ ਝੋਟ ਸਭੇ ਗਏ ਆਏ, ਕੇਤ ਕਪਾਜ ਸ਼ਹਿਰ ਤੇ ਗਏ, ਭੂਖ ਮਰਤ ਫਿਰ ਆਬਤ ਪਏ। ਜਦੋਂ ਭੁੱਖੇ ਮਰਨ ਲੱਗੇ ਤੇ ਫਿਰ ਆ ਕੇ ਆਨੰਦਪੁਰ ਸਾਹਿਬ ਦੇ ਵਿੱਚ ਵਸਦੇ ਗਏ। ਤੇ ਗੁਰਮੁਖ ਪਿਆਰਿਓ, ਇਸ ਤਰ੍ਹਾਂ ਸਤਿਗੁਰੂ ਜੀ ਜੰਗ ਦੇ ਵਿੱਚ ਸਦਾ ਹੀ ਲੜਦੇ ਰਹੇ ਤੇ ਸਦਾ ਹੀ ਸਤਿਗੁਰੂ ਮਹਾਰਾਜ ਜੀ ਸਿੰਘਾਂ ਦੇ ਨਾਲ ਆਪ ਜੰਗ ਦੇ ਵਿੱਚ ਖੁੱਝ ਜਾਂਦੇ ਰਹੇ। ਔਰ ਅੱਗੇ ਸਮਾਂ ਲੰਘਦਾ ਗਿਆ। ਸਾਹਿਬਜ਼ਾਦਾ ਜੋਰਾਵਰ ਸਿੰਘ ਦਾ ਜਨਮ ਹੋਇਆ। ਇਹ ਬਾਬਾ ਜੋਰਾਵਰ ਸਿੰਘ ਤੀਸਰੇ ਨੰਬਰ ਤੇ ਗੁਰਮੁਖ ਪਿਆਰੇ ਚੌਥਾ ਸਾਹਿਬਜ਼ਾਦਾ ਸਭ ਤੋਂ ਛੋਟਾ ਬਾਬਾ ਫਤਿਹ ਸਿੰਘ ਸੀ। ਜੰਗਾਂ ਜੁੱਧਾਂ ਹੁੰਦੀਆਂ ਰਹੀਆਂ ਤੇ ਉਸ ਤੋਂ ਬਾਅਦ ਮਾਘ ਦੇ ਮਹੀਨੇ ਦੇ ਪਿਛਲੇ ਪੱਖ ਐਤਵਾਰ ਸੰਮਤ 1753 ਨੂੰ ਮਾਤਾ ਜੀਤੋ ਜੀ, ਵਿਆਹ ਪਹਿਲਾਂ ਹੋਇਆ ਸੀ ਮਾਤਾ ਜੀਤੋ ਜੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ, ਤੇ ਮਾਤਾ ਸੁੰਦਰੀ ਜੀ ਦਾ ਵਿਆਹ ਬਾਅਦ ਚ ਹੋਇਆ ਸੀ। ਪਰ ਮਾਤਾ ਸੁੰਦਰੀ ਜੀ ਦੇ ਦੋ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਤੇ ਬਾਬਾ ਜੀਤ ਸਿੰਘ ਜੀ, ਇਹ ਸਾਹਿਬਜ਼ਾਦੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਪੈਦਾ ਹੋਏ ਸਨ। ਮਾਤਾ ਜੀਤਾ ਜੀ ਦੀ ਕੁੱਖ ਨੂੰ ਬਾਅਦ ਦੇ ਵਿੱਚ ਭਾਗ ਲੱਗੇ। ਮਾਘ ਦੇ ਮਹੀਨੇ ਦੇ ਪਿਛਲੇ ਪੱਖ ਐਤਵਾਰ ਸੰਮਤ 1753 ਨੂੰ ਮਾਤਾ ਜੀਤੋ ਜੀ ਦੀ ਕੁੱਖ ਤੋਂ ਸਾਹਿਬਜ਼ਾਦੇ ਦਾ ਜਨਮ ਹੋਇਆ, ਜਿਹਦਾ ਨਾਮ ਸਤਿਗੁਰੂ ਜੀ ਨੇ ਜੋਰਾਵਰ ਸਿੰਘ ਰੱਖਿਆ। ਆਪ ਜੀ ਨੇ ਫਰਮਾਇਆ ਕਿ ਅਕਾਲ ਪੁਰਖ ਨੇ ਆਪਣੇ ਜ਼ੋਰ ਨਾਲ ਹੀ ਹੁਸੈਨੀ ਨੂੰ ਮਾਰ ਮੁਕਾਇਆ ਹੈ, ਸਾਡੇ ਤੱਕ ਆਉਣ ਨਹੀਂ ਦਿੱਤਾ। ਇਸ ਕਰਕੇ ਇਹ ਸਿੰਘ ਜੋਰਾਵਰ ਹੈ। ਇਸ ਕਰਕੇ ਮਹਾਰਾਜ ਜੀ ਨੇ ਜੋਰਾਵਰ ਸਿੰਘ ਰੱਖਿਆ। ਹੁਸੈਨੀ ਬੁੱਧ ਤੇ ਸਾਹਿਬਜ਼ਾਦੇ ਦੇ ਜਨਮ ਦੀਆਂ ਜਥਾਯੋਗ ਸਲਾਮਤ ਖੁਸ਼ੀਆਂ ਮਨਾਈਆਂ ਗਈਆਂ। ਅੱਗੇ ਸਤਿਗੁਰੂ ਜੀ ਕਵੀਆਂ ਦੀ ਕਦਰ ਕਰਦੇ। ਸਤਿਗੁਰੂ ਜੀ ਦੀ ਵੀਰ ਰਸ ਤੇ ਸਾਹਿਤਕ ਰਸ ਦੀ ਸੋਭਾ ਸੁਣ ਕੇ ਦੂਰ ਦੂਰ ਤੋਂ ਨੇੜਿਓਂ ਗੁਣੀ ਜਨ, ਜਿਹੜੇ ਗੁਣਵਾਨ ਸਨ, ਗੁਰੂ ਜੀ ਪਾਸ ਦੋ ਗੱਲਾਂ ਨੂੰ ਮੁੱਖ ਰੱਖ ਕੇ ਆਉਂਦੇ ਸਨ। ਇੱਕ ਆਪਣੇ ਗੁਣ ਦੱਸ ਕੇ ਧਨ ਦੀ ਪ੍ਰਾਪਤੀ ਦੀ ਲਲਸਾ, ਤੇ ਦੂਜੇ ਆਪ ਜੀ ਦੇ ਪਵਿੱਤਰ ਤੇ ਭਾਵਸ਼ਾਲੀ ਦਰਸ਼ਨ ਕਰਕੇ ਨਿਹਾਲ ਹੋਣਾ। ਚੰਗੇ ਨੌ ਰਸੀ ਕਵੀ ਨੂੰ ਆਪ ਜੀ ਮੂੰਹ ਮੰਗਿਆ ਧਨ ਦਿੰਦੇ ਸਨ। ਜਿਹੜੇ ਗੁਣਵਾਨ ਸਨ ਉਹਨਾਂ ਨੂੰ ਮਹਾਰਾਜ ਜੀ ਮੂੰਹ ਮੰਗਿਆ ਧਨ ਦਿੰਦੇ ਸੀ। ਅਤੇ ਜੇ ਕੋਈ ਆਪ ਜੀ ਦੇ ਪਾਸ ਨੌਕਰੀ ਕਰਨਾ ਚਾਹੇ ਤਾਂ ਉਸ ਨੂੰ ਚੰਗੀ ਤਨਖਾਹ ਦੇ ਕੇ ਨੌਕਰ ਵੀ ਰੱਖ ਲੈਂਦੇ ਸਨ। ਮਹਾਭਾਰਤ ਗ੍ਰੰਥ, ਜਿਸ ਵਿੱਚ ਕੌਰਵਾਂ ਪੰਡਵਾਂ ਦੇ ਜੰਗਾਂ ਯੁੱਧਾਂ ਦਾ ਹਾਲ ਹੈ, ਆਪਣੇ ਯੋਧਿਆਂ ਵਿੱਚ ਵੀਰ ਰਸ ਭਰਨ ਵਾਸਤੇ ਉਸ ਦਾ ਉਲੱਥਾ ਕਰਵਾਇਆ।
ਆਪ ਵੀ ਸਤਿਗੁਰੂ ਜੀ ਨੇ ਚੰਡੀ ਚਰਿੱਤਰ, ਜਿਸ ਵਿੱਚ ਦੈਂਤਾਂ ਦੇਵੀ ਅਤੇ ਦੇਵੀ ਦੇ ਯੁੱਧ ਦੇ ਪ੍ਰਸੰਗ ਹਨ, ਆਪਣੀ ਭਾਸ਼ਾ ਵਿੱਚ ਰਚੇ ਹਨ। ਇਸ ਬਾਣੀ ਵਿੱਚ ਸਤਿਗੁਰੂ ਜੀ ਨੇ ਇੰਨਾ ਵੀ ਰਸ ਭਰ ਦਿੱਤਾ ਕਿ ਜਿਸ ਨੂੰ ਪੜ੍ਹ ਕੇ ਕਾਇਰ ਵੀ ਜਿਹੜਾ ਡਰਦਾ ਹੈ ਉਹ ਵੀ ਵੱਡੇ ਯੋਧੇ ਬਣ ਜਾਂਦੇ ਸਨ। ਚੰਡੀ ਦੀ ਵਾਰ ਦਾ ਜਿਹੜਾ ਪਾਠ ਕਰਦਾ, ਚੰਡੀ ਦੀ ਵਾਰ ਦਾ, ਉਹਦੇ ਵਿੱਚ ਬਹੁਤ ਵੀ ਰਸ ਆ ਜਾਂਦਾ, ਉਹਦੇ ਵਿੱਚ ਇੰਨੀ ਤਾਕਤ ਆ ਜਾਂਦੀ ਆ, ਇੰਨਾ ਬਲ ਆ ਜਾਂਦਾ ਕਿ ਕਿਸੇ ਦੀ ਪਰਵਾਹ ਨਹੀਂ ਕਰਦਾ। ਆਖੋ ਸਤਿਨਾਮ। ਸਿੰਘ ਸਦਾ ਚੰਡੀ ਦੀ ਵਾਰ ਦਾ ਪਾਠ ਕਰਦੇ ਰਹਿੰਦੇ ਨੇ। ਸ਼ਰਧਾਲੂ ਲੋਕ ਆਪ ਜੀ ਨੂੰ ਕਾਲ ਪੁਰਖ ਦਾ ਅਵਤਾਰ ਜਾਣ ਕੇ, ਸ਼ਰਧਾਲੂ ਲੋਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਾਲ ਪੁਰਖ ਦਾ ਅਵਤਾਰ ਜਾਣ ਕੇ ਭੇਟਾ ਅਰਪਣ ਕਰਕੇ ਦਰਸ਼ਨ ਕਰਦੇ ਅਤੇ ਉਪਦੇਸ਼ ਲੈ ਕੇ ਨਿਹਾਲ ਹੁੰਦੇ। ਸਾਧੂ ਸਮਾਜ, ਜਪੀ ਤਪੀ ਬੈਰਾਗੀ ਤੇ ਜੋਗੀ ਸੰਨਿਆਸੀ ਆਦਿਕ ਵੀ ਆਪ ਜੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਵਡਭਾਗੀ ਸਮਝਦੇ ਸਨ। ਔਰ ਕਵਿਤਾ ਦੇ ਰਸੀਏ ਕਵੀ ਆਪ ਜੀ ਪਾਸ ਬਹੁਤ ਇਕੱਠੇ ਹੋ ਕੇ ਆ ਗਏ। ਤੇ ਅੱਗੇ ਗੁਰਮੁਖ ਪਿਆਰਿਓ, ਛੋਟੇ ਸਾਹਿਬਜ਼ਾਦੇ ਫਤਿਹ ਸਿੰਘ ਦਾ ਜਨਮ, ਉਹਨਾਂ ਦਾ 53 ਦਾ ਜਨਮ ਸੀ, ਇਹਨਾਂ ਦਾ 55। 2 ਸਾਲ ਬਾਅਦ, 2 ਸਾਲ ਛੋਟੇ ਸੀ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ। ਤਾਈ ਆਪਾਂ ਪੜ੍ਹਦੇ ਨੇ ਵੀ ਇੱਕ 7 ਸਾਲ ਦਾ ਬਾਬਾ ਫਤਿਹ ਸਿੰਘ 7 ਸਾਲ ਦਾ ਸੀ, ਤੇ ਦੂਸਰੇ ਸਾਹਿਬਜ਼ਾਦੇ ਉਹ ਸਨ 9 ਸਾਲ ਦੇ, ਪਰ ਹਜੇ ਨਾ ਤਾਂ 9 ਸਾਲ ਦੇ ਪੂਰੇ ਹੋਏ ਸੀ ਤੇ ਨਾ 7 ਸਾਲ ਦੇ ਪੂਰੇ ਹੋਏ ਸੀ, ਪਰ ਲਿਖ ਦਿੱਤਾ ਜ਼ਰੂਰ ਵੀ 7 ਸਾਲ ਤੇ 9 ਸਾਲ। ਸਿੱਧੇ ਬੋਲਣ ਵਾਸਤੇ ਠੀਕ ਰਹਿੰਦਾ। ਤੇ ਇਤਿਹਾਸ ਦੇ ਵਿੱਚ ਇਹੀ ਲਿਖਿਆ ਵੀ ਉਹ ਹਜੇ 9 ਸਾਲ ਦੇ ਪੂਰੇ ਨਹੀਂ ਸੀ ਹੋਏ ਤੇ 7 ਸਾਲ ਦੇ ਪੂਰੇ ਨਹੀਂ ਸੀ ਹੋਏ। ਬੁੱਧਵਾਰ ਫੱਗਣ ਦੇ ਮਹੀਨੇ ਸੰਮਤ 1755 ਨੂੰ ਮਾਤਾ ਜੀਤੋ ਜੀ ਦੀ ਕੁੱਖ, ਪਵਿੱਤਰ ਕੁੱਖ ਤੋਂ ਸਾਹਿਬਜ਼ਾਦਾ ਫਤਿਹ ਸਿੰਘ ਨੇ ਜਨਮ ਲਿਆ। ਇਸ ਸਮੇਂ ਆਪ ਜੀ ਨੇ ਪੰਡਤਾਂ ਦੇ ਕਹਿਣ ਤੇ ਨੈਣਾ ਦੇਵੀ ਦੇ ਟਿੱਲੇ ਉੱਤੇ ਦੇਵੀ ਪ੍ਰਗਟ ਹੋਣ ਦਾ ਕੌਤਕ ਰਚਿਆ ਸੀ, ਕਿਉਂਕਿ ਉਹ ਸਮੇਂ ਜਿਹੜੇ ਪੰਡਤ ਲੋਕ ਸਨ ਉਹ ਲੋਕਾਂ ਨੂੰ ਭਰਮਾਂ ਦੇ ਵਿੱਚ, ਵਹਿਮਾਂ ਦੇ ਵਿੱਚ ਪਾਉਂਦੇ ਸਨ। ਪੰਡਤ ਕੇਸੋਂ ਦਾਸ ਜਾਂ ਹੋਰ, ਇਤਿਹਾਸ ਥੋੜਾ ਜਿਹਾ ਲੰਮਾ ਹੈ, ਆਪਾਂ ਫਿਰ ਵਿਚਾਰ ਕਰਾਂਗੇ। ਤੇ ਇਸ ਜਗ੍ਹਾ ਦੇ ਉੱਤੇ ਪੰਡਤਾਂ ਦੇ ਕਹਿਣ ਤੇ ਨੈਣਾ ਦੇਵੀ ਦੇ ਟਿੱਲੇ ਉੱਤੇ ਦੇਵੀ ਪ੍ਰਗਟ ਹੋਣ ਦਾ ਕੌਤਕ ਰਚਿਆ ਪੰਡਤਾਂ ਨੇ ਵੀ ਦੇਵੀ ਪ੍ਰਗਟ ਹੋਏਗੀ, ਦੇਵੀ ਪ੍ਰਗਟ ਕਰਾਂਗੇ। ਇਹ ਕੌਤਕ ਰਚਿਆ ਸੀ ਜਿਸ ਵਿੱਚ ਪੰਡਤ ਕੇਸੋ ਦਾਸ ਆਪਣੀ ਅਸਫਲਤਾ ਹੁੰਦੀ ਵੇਖ ਕੇ ਹਵਨ ਅਧੂਰਾ ਛੱਡ ਕੇ ਭੱਜ ਗਿਆ ਸੀ ਅਤੇ ਸਤਿਗੁਰੂ ਜੀ ਨੇ ਸਾਰੀ ਹਵਨ ਸਮੱਗਰੀ ਇੱਕ ਸਾਰ ਇਕੱਠਾ ਹੀ ਹਵਨ ਕੁੰਡ ਵਿੱਚ ਪਾ ਕੇ ਸਾੜ ਦਿੱਤੀ ਸੀ। ਇਤਨੀ ਸਾਰੀ ਸਮੱਗਰੀ ਦੇ ਇਕੱਠਾ ਬਲ ਉੱਠਣ ਨਾਲ ਅਗਨੀ ਬੜਾ ਵੱਡਾ ਭਾਂਬੜ ਮੱਚ ਉੱਠਿਆ, ਜਿਸ ਨੂੰ ਸਤਿਗੁਰੂ ਜੀ ਨੇ ਪੰਡਤਾਂ ਦੀ ਹਾਸੀ ਕਰਨ ਵਾਸਤੇ ਦੇਵੀ ਪ੍ਰਗਟ ਹੋ ਗਈ ਦਾ ਪ੍ਰਗਟਾਵਾ ਕੀਤਾ। ਸਤਿਗੁਰੂ ਜੀ ਨੇ ਆਪਣੀ ਕਿਰਪਾਨ ਮਿਆਨ ਵਿੱਚੋਂ ਕੱਢ ਕੇ ਉੱਚੀ ਆਵਾਜ਼ ਵਿੱਚ ਆਖਿਆ ਕਿ ਇਹ ਦੇਵੀ ਪ੍ਰਗਟ ਹੋਈ ਆ, ਜਿਹਦੀ ਸ਼ਕਤੀ ਨਾਲ ਸਾਨੂੰ ਯੁੱਧਾਂ ਜੰਗਾਂ ਵਿੱਚ ਦੁਸ਼ਮਣ
ਤੇ ਫਤਿਹ ਪ੍ਰਾਪਤ ਹੁੰਦੀ ਹੈ। ਹਰ ਕੋਈ ਐਸੀ ਦੇਵੀ ਹੈ, ਹਰ ਕੋਈ ਐਸੀ ਦੇਵੀ ਨਹੀਂ ਹੈ ਜਿਹੜੀ ਹਵਨ ਕਰਨ ਨਾਲ ਪ੍ਰਗਟ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਇਹ ਜੀ ਕੋਈ ਦੇਵੀ ਨਹੀਂ ਹੈ ਜਿਹੜੀ ਹਵਨ ਕਰਨ ਦੇ ਨਾਲ ਪ੍ਰਗਟ ਹੁੰਦੀ ਆ। ਤਾਂ ਗੁਰਮੁਖ ਪਿਆਰਿਓ, ਮਹਾਰਾਜ ਜੀ ਕਹਿੰਦੇ ਹਰ ਕੋਈ ਐਸੀ ਦੇਵੀ ਨਹੀਂ ਹੈ ਜਿਹੜੀ ਹਵਨ ਕਰਨ ਨਾਲ ਪ੍ਰਗਟ ਹੋ ਕੇ ਸਾਡੀ ਸਹਾਇਤਾ ਕਰੇ। ਕੋਈ ਇਸ ਤਰ੍ਹਾਂ ਦੀ ਦੇਵੀ ਨਹੀਂ। ਮਹਾਰਾਜ ਜੀ ਕਹਿੰਦੇ ਇਸ ਵਿਸ਼ਵਾਸ ਦੀ ਫਤਿਹ ਹੋਣ ਕਰਕੇ ਆਪ ਜੀ ਨੇ ਛੋਟੇ ਸਾਹਿਬਜ਼ਾਦੇ ਦਾ ਨਾਮ ਫਤਿਹ ਸਿੰਘ ਰੱਖਿਆ ਸੀ। ਸੋ ਆਓ ਬਾਕੀ ਕਰਾਂਗੇ ਵਿਚਾਰ। ਕੱਲ ਨੂੰ ਬ੍ਰਾਹਮਣਾਂ ਦੀ ਪ੍ਰੀਖਿਆ ਕਰਨੀ, ਬ੍ਰਾਹਮਣਾਂ ਦੀ ਪ੍ਰੀਖਿਆ ਕਰਨੀ, ਇਤਿਹਾਸ ਕੱਲ ਨੂੰ ਸਰਵਣ ਕਰਿਓ। ਆਓ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ, ਗੁਰ ਇਤਿਹਾਸ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਇੱਕ ਨਹੀਂ ਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਅੱਗੋਂ ਬਾਤ ਤੇ ਸਿਰ ਤੇ ਮੇਰਾ ਬ੍ਰਤ ਰੱਖ ਕੇ ਸ਼ੁੱਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਆਓ ਹੁਣ ਸ਼ਲੋਕ ਦੇ ਵਿੱਚ ਬੋਲ ਕੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਅਰਦਾਸ ਹੁਕਮਨਾਮਾ ਪ੍ਰਸਾਦ ਲੈ ਕੇ ਫਿਰ ਆਪੋ ਆਪਣੇ ਕਰੋ ਬਿਹਰ ਕਰਨੇ ਨੇ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋ ਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਬਾਚੈ ਧਰਮ ਹਦੂਰ, ਕਰਮੀ ਆਪੋ ਆਪਣੇ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।